Hello everyone, how are you? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਕਰ ਰਹੇ ਹਾਂ ਵੈਲਕਮ ਲਾਈਵ 5th ਕਲਾਸ ਦੀ ਬੁੱਕ ਤੇ ਸ਼ੁਰੂ ਕਰਨ ਜਾ ਰਹੇ ਹਾਂ ਉਹਦਾ ਲੈਸਨ 4 ਪਾਰਟ 4 ਕੀਪ ਲਵ ਫॉर them ਇਨ ਹਾਰਟ। ਦਿਲ ਵਿੱਚ ਇਹਨਾਂ ਲਈ ਪਿਆਰ ਰੱਖੀਏ। आओ देखते हैं किन्ना चीज़ां ਲਈ ਪਿਆਰ ਰੱਖਣ ਨੂੰ ਕਿਹਾ ਗਿਆ ਹੈ। A information about our state, ਆਪਣੇ ਰਾਜ ਬਾਰੇ ਜਾਣਕਾਰੀ। Our Punjab is a colorful place, ਪੰਜਾਬ ਇੱਕ ਪ੍ਰਸਿੱਧ ਤੇ ਰੰਗੀਨ ਜਗ੍ਹਾ ਹੈ, ਰੰਗੀਨ ਥਾਂ ਹੈ। It is like a rose among the flowers, ਜਿਵੇਂ ਬਾਕੀ ਸਾਰੇ ਫੁੱਲਾਂ ਵਿੱਚੋਂ ਰੋਜ਼ ਦਾ ਫੁੱਲ ਵੱਖ ਖਿੜ ਕੇ ਆਂਦਾ ਹੈ, ਸਾਡਾ ਪੰਜਾਬ ਵੀ ਉਂਝ ਬਾਕੀ ਸਾਰੇ ਰਾਜਾਂ ਵਿੱਚੋਂ ਵੱਖ ਖਿੜਦਾ ਹੈ। Here people never lose hope and dream every day, ਲੋਕ ਕਦੇ ਵੀ ਉਮੀਦ ਨਹੀਂ ਗਵਾਉਂਦੇ ਅਤੇ ਹਰ ਰੋਜ਼ ਨਵੇਂ ਸੁਪਨੇ ਲੈਂਦੇ ਹੈਗੇ ਨੇ। We are the natives of Punjab, ਅਸੀਂ ਪੰਜਾਬ ਦੇ ਵਾਸੀ ਹਾਂ। ਪੰਜਾਬ is a famous state of India, ਪੰਜਾਬ ਭਾਰਤ ਦੀ ਇੱਕ ਪ੍ਰਸਿੱਧ राज्य है। पंजाब has special recognition across the world, इसका पूरी दुनिया विच विशेष स्थान हैगा। पंजाब was named after 5 rivers, इसका नाम 5 नदियां पिछों पिया है। जेड़ी जेड़ी नदी है सतलुज, ब्यास, रावी, चेनाब, झेलम, ये 5 नदियां कारण इसनू कहा जाता है पंज आप। पंज मतलब 5, आप मतलब पानी। But 2 rivers, ਜਿਹੜੀਆਂ 2 ਨਦੀਆਂ ਨੇ ਚੇਨਾਬ and झेलम, became part of Pakistan at the time of partition of India in 1947, ਪਰ ਜਦ ਭਾਰਤ ਦੀ ਵੰਡ ਹੋਈ ਤਾਂ ਆਪਣੀਆਂ 2 ਨਦੀਆਂ ਚੇਨਾਬ ਤੇ झेलम ਉਹ ਚਲੀ ਗਈਆਂ ਪਾਕਿਸਤਾਨ ਵੱਲ। Now 3 rivers ਸਤਲੁਜ, ਬਿਆਸ, ਰਾਵੀ flow here, ਹੁਣ ਇੱਥੇ 3 ਨਦੀਆਂ ਵਗਦੀਆਂ ਨੇ, ਇੱਕ ਹੈ ਸਤਲੁਜ, ਦੂਜੀ ਬਿਆਸ ਤੇ ਤੀਜੀ ਰਾਵੀ। पंजाब is a border state, पंजाब एक सरहद राज है, किनारे ते पैंदा है ना। It has been facing many battles because of that, सरहदी राज होने करके इसनू अक्सर जंगा दा सामना करना पैंदा है। People living here have no fear of enemy, ਇੱਥੇ ਦੇ ਲੋਕਾਂ ਨੂੰ ਕਦੇ ਕਿਸੇ ਦੁਸ਼ਮਣ ਦਾ ਡਰ ਨਹੀਂ ਲੱਗਿਆ, ਨਾ ਉਹਨਾਂ ਨੇ ਮਨਾਇਆ ਕਿਸੇ ਦੁਸ਼ਮਣ ਦਾ ਡਰ। Their culture is full of bravery, ਇਹਨਾਂ ਦਾ ਵਿਰਸਾ ਬਹਾਦਰੀ ਭਰਿਆ ਹੈ। Punjabis have a great contribution in the struggle of freedom for the country, ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਹੈ। These people are famous for their bravery across the world, ਇੱਥੇ ਦੇ ਲੋਕ ਆਪਣੀ ਬਹਾਦਰੀ ਕਰਕੇ ਦੁਨੀਆ ਭਰ ਵਿੱਚ ਮਸ਼ਹੂਰ ਨੇ, ਦੁਨੀਆ ਭਰ ਵਿੱਚ ਪ੍ਰਸਿੱਧ ਨੇ। ਆ ਹੈਗੇ ਨੇ ਕੁਝ ਬਹਾਦਰ, ਸ਼ਹੀਦ ਭਗਤ ਸਿੰਘ, ਸ਼ਹੀਦ ਉਦਮ ਸਿੰਘ, ਕਰਤਾਰ ਸਿੰਘ ਸਰਾਭਾ। ਅੱਗੇ ਚੱਲਦੇ ਹਾਂ। ਪੰਜਾਬੀ is the language of Punjab, ਪੰਜਾਬ ਦੀ ਬੋਲੀ ਪੰਜਾਬੀ ਹੈ। Punjabi speaking people can be found even far away from Punjab, पंजाबी बोलने वाले पंजाब तो बाहर दूर दूर तक फैले हुए ने। It is the 10th 11th language of the world on spoken based, पंजाबी बोलने वालियां दी गिनती ਤਾਂ बहुत ज़्यादा है ਤੇ ਉਸ ਦੇ ਆਧਾਰ ਤੇ ਇਹ ਸੰਸਾਰ ਦੀ 10ਵੇਂ ਜਾਂ 11ਵੇਂ ਨੰਬਰ ਦੀ ਭਾਸ਼ਾ ਹੈਗੀ ਹੈ, ਇੰਨੀ ਬੋਲੀ ਜਾਂਦੀ ਹੈ ਭਾਸ਼ਾ। Our gurus, Sufis, saints, poets and singers adopted this language to raise its status, ਸਾਡੇ ਗੁਰੂਆਂ ਨੇ, ਸੂਫੀਆਂ ਨੇ, ਫਕੀਰਾਂ ਨੇ, ਕਵੀਆਂ ਨੇ ਤੇ ਕਲਾਕਾਰਾਂ ਨੇ ਇਸ ਭਾਸ਼ਾ ਨੂੰ ਅਪਣਾ ਕੇ ਇਸ ਦਾ ਮਾਣ ਵਧਾਇਆ ਹੈ। Today Punjabi is known as a rich language, ਅੱਜ ਦੀ ਤਰੀਕ ਵਿੱਚ ਪੰਜਾਬੀ ਨੂੰ ਇੱਕ ਅਮੀਰ ਭਾਸ਼ਾ ਕਰਕੇ ਜਾਣਿਆ ਜਾਂਦਾ ਹੈ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਗਾਣੇ ਵੀ ਗਾਏ ਜਾਂਦੇ ਨੇ। ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਕੁਝ ਹੈ ਪੰਜਾਬੀ ਵਿੱਚ ਸਿੱਖਣ ਨੂੰ। ਆ ਦੇਖੋ ਬਾਬਾ ਫਰੀਦ, ਬੁੱਲੇ ਸ਼ਾਹ,
Amrita Preetham, Puran Shah Koti. Bhangra and Gidda is the folk dance of Punjab. Punjab de lok naach ਕਿਹੜੇ ਨੇ? ਭੰਗੜਾ ਤੇ ਗਿੱਧਾ ਹਨ. Bhangra is the dance of men and Gidda is the dance of women. ਜਿਹੜੇ ਮੁੰਡੇ ਹੈਗੇ ਨੇ ਜਾਂ ਮਰਦ ਹੈਗੇ ਨੇ ਉਹਨਾਂ ਦਾ ਨਾਚ ਹੈਗਾ ਹੈ ਭੰਗੜਾ ਤੇ ਔਰਤਾਂ ਗਿੱਧਾ ਕਰਦੀਆਂ ਨੇ. These dances are performed on the occasion of happiness. ਇਹ ਨਾਚ ਕਿਸੇ ਖੁਸ਼ੀ ਦੇ ਮੌਕੇ ਉੱਤੇ ਕੀਤੇ ਜਾਂਦੇ ਨੇ. Singing and dancing is the food of Punjabi soul. ਨੱਚਣਾ ਗਾਉਣਾ ਪੰਜਾਬੀਆਂ ਦੀ ਰੂਹ ਦੀ ਖੁਰਾਕ ਹੈਗੀ ਹੈ. ਆ ਦੇਖੋ ਭੰਗੜਾ ਪਾਉਂਦੇ ਗੱਭਰੂ ਦੀ ਤਸਵੀਰ, ਗਿੱਧਾ ਪਾਉਂਦੀਆਂ ਮੁਟਿਆਰਾਂ ਦੀ ਤਸਵੀਰ ਹੈ ਕਿ ਨਹੀਂ? ਪੰਜਾਬ is very famous for agriculture. ਪੰਜਾਬ ਖੇਤੀਬਾੜੀ ਕਰਕੇ ਵੀ ਬਹੁਤ ਪ੍ਰਸਿੱਧ ਹੈ. Its land is very fertile. ਇੱਥੇ ਦੀ ਧਰਤੀ ਬੜੀ ਉਪਜਾਊ ਹੈ. There are bumper crops of wheat, rice, maize and sugarcane here. ਇੱਥੇ ਕਣਕ, ਚੌਲ, ਮੱਕੀ ਅਤੇ ਗੰਨੇ ਦੀ ਭਰਪੂਰ ਫਸਲ ਹੁੰਦੀ ਹੈ. Punjab provides major share in food store of India in spite of having less area. Punjab ਦਾ ਕੁੱਲ ਖੇਤਰਫਲ ਘੱਟ ਹੈਗਾ ਜਿੱਥੇ ਉਪਜਾਇਆ ਜਾ ਸਕੇ. ਉਸ ਤੋਂ ਬਾਵਜੂਦ ਇਹ ਭਾਰਤ ਦੇ ਅਨਾਜ ਭੰਡਾਰਾਂ ਵਿੱਚ ਵੱਡਾ ਹਿੱਸਾ ਪਾਉਂਦਾ ਹੈ. Animal husbandry is another main occupation here. ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਵੀ ਪੰਜਾਬੀਆਂ ਦਾ ਪ੍ਰਮੁੱਖ ਕਾਰਜ ਹੈਗਾ. ਉਹ ਕਰਦੇ ਹੀ ਹੈਗੇ ਨੇ. ਅੱਗੇ ਚੱਲਦੇ ਆ. Punjabis are very fond of fairs. ਪੰਜਾਬੀਆਂ ਨੂੰ ਮੇਲਿਆਂ ਦਾ ਵੀ ਵੱਡਾ ਚਾਅ ਹੈਗਾ. Many fairs are celebrated in Punjab. ਤੇ ਪੰਜਾਬ ਵਿੱਚ ਬਹੁਤ ਸਾਰੇ ਮੇਲੇ ਵੀ ਮਨਾਏ ਜਾਂਦੇ ਹਨ. ਵਿਸਾਖੀ ਫੇਅਰ, ਛੱਪਰ ਫੇਅਰ, ਜਰਗ ਫੇਅਰ, ਹੋਲਾ ਮਹੱਲਾ, ਮਾਗੀ ਫੇਅਰ and Professor Puran Singh Fair are the famous among them. ਇਹਨਾਂ ਮੇਲਿਆਂ ਵਿੱਚ ਜਿਹੜੇ ਪ੍ਰਸਿੱਧ ਮੇਲੇ ਨੇ ਉਹ ਹੈਗੇ ਨੇ ਵਿਸਾਖੀ ਦਾ ਮੇਲਾ, ਛਪਾੜ ਦਾ ਮੇਲਾ, ਜਰਗ ਦਾ ਮੇਲਾ, ਹੋਲਾ ਮਹੱਲਾ, ਮਾਗੀ ਦਾ ਮੇਲਾ, ਪ੍ਰੋਫੈਸਰ ਪੂਰਨ ਸਿੰਘ ਦਾ ਮੇਲਾ. ਇਹ ਬਹੁਤ ਪ੍ਰਸਿੱਧ ਮੇਲਿਆਂ ਵਿੱਚੋਂ ਆਉਂਦੇ ਨੇ. Punjabis are very open-hearted, happy-go-lucky and helpful people. ਪੰਜਾਬੀ ਲੋਕ ਸੁਭਾਅ ਪੱਖੋਂ ਬੜੇ ਖੁੱਲੇ ਦਿਲ ਦੇ, ਖੁਸ਼ ਮਿਸਾਜ ਅਤੇ ਦੂਜਿਆਂ ਦੇ ਕੰਮ ਆਉਣ ਵਾਲੇ ਹਨ. They have nature of helping other people and arranging langar for needy ones. ਤੇ ਨਾਲ ਦੀ ਨਾਲ ਇਹ ਲੋੜਵੰਦਾਂ ਲਈ ਲੰਗਰ ਲਾਉਂਦੇ ਨੇ, ਛਬੀਲਾ ਵੀ ਲਾਉਂਦੇ ਨੇ, ਤੁਹਾਨੂੰ ਪਤਾ ਹੋਏਗਾ, ਤੇ ਦੂਜਿਆਂ ਦੀ ਖੁੱਲੇ ਦਿਲ ਨਾਲ ਮਦਦ ਕਰਦੇ ਨੇ. ਇਹੀ ਇਹਨਾਂ ਦਾ ਧਰਮ ਵੀ ਹੈਗਾ, ਇਹੀ ਇਹਨਾਂ ਦਾ ਸੁਭਾਅ ਹੈਗਾ. ਅੱਗੇ ਚੱਲਦੇ ਆ. oral question, ਮੌਖਿਕ ਪ੍ਰਸ਼ਨ ਪਹਿਲਾ. How many rivers were there in ancient Punjab? ਪੰਜਾਬ ਵਿੱਚ ਪਹਿਲਾਂ ਕਿੰਨੇ ਦਰਿਆ ਸਨ? 5. ਤੁਹਾਨੂੰ ਨਾਮ ਪਤਾ ਹੋਏਗਾ. Satluj, Ravi, Beas, Chenab, Jhelum. Second, which rivers are there in Punjab these days? Punjab ਵਿੱਚ ਅੱਜਕੱਲ ਕਿਹੜੇ ਦਰਿਆ ਹੈਗੇ ਨੇ? 3 ਦਰਿਆ ਹੈਗੇ ਨੇ. ਇੱਕ ਹੈ ਸਤਲੁਜ, ਦੂਜਾ ਹੈ ਰਾਵੀ, ਤੀਜਾ ਹੈ ਬਿਆਸ. ਤੀਜਾ, which language is spoken in Punjab? ਪੰਜਾਬ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਹੈ. ਚੌਥਾ, which crops are cultivated in Punjab? ਪੰਜਾਬ ਵਿੱਚ ਕਿਹੜੀਆਂ ਫਸਲਾਂ ਹੁੰਦੀਆਂ ਨੇ? ਆਪਾਂ ਪੜਿਆ ਸੀ ਸ਼ੂਗਰ ਕੇਨ, wheat, rice, maize. ਪੰਜਵਾਂ, which are the major occupations of Punjabis? ਪੰਜਾਬੀ ਦੇ ਪ੍ਰਮੁੱਖ ਕਿਹੜੇ ਕੰਮ ਹੈਗੇ ਨੇ? ਇੱਕ ਤਾਂ ਲਿਖਦੇ ਆ ਐਗਰੀਕਲਚਰ, ਖੇਤੀਬਾੜੀ, ਤੇ ਨਾਲ ਦੀ ਨਾਲ ਐਨੀਮਲ ਹਸਬੈਂਡਰੀ, ਜਾਨਵਰਾਂ ਦੀ ਦੇਖਰੇਖ.
छेवा, which are the main fairs of Punjab? पंजाब ਦੇ प्रमुख मेले ਕਿਹੜੇ ਕਿਹੜੇ ਨੇ? ਇੱਕ ਤਾਂ ਆਪਾਂ ਲਿਖਦੇ ਹਾਂ, ਇੱਥੇ ਲਿਖ ਦਿੰਦੇ ਹਾਂ ਵਿਸਾਖੀ, ਛੱਪੜ, ਜਰਗ, ਹੋਲਾ ਮਹੱਲਾ, ਮਾਗੀ ਫੇਰ ਤੇ ਨਾਲ ਦੀ ਨਾਲ ਪ੍ਰੋਫੈਸਰ ਪੂਰਨ ਸਿੰਘ फेयर। अगला है सतवा, हाउ इज द नेचर ऑफ पंजाबीज? पंजाबियों का सुभाव किहो जिहा हैगा? दे आर ब्रॉड माइंडेड, जॉली नेचर एंड हेल्पफुल। ਇਹਦਾ उत्तर ਇੱਥੇ ਲਿਖ ਦਾਂਗੇ। ब्रॉड माइंडेड खुले विचारां वाले, जॉली नेचर खुश मिजाज ते नाल दे नाल हेल्पफुल। 8वां प्रश्न, व्हाट इज योर व्यू पॉइंट अबाउट पंजाब? तुसी की सोचते हो पंजाब बारे? पंजाब is known as land of 5 rivers, 5 ਦਰਿਆਵਾਂ ਦੀ ਧਰਤੀ। ਦੂਜਾ, it has fertile land. It is famous for its fairs, ਮੇਲਿਆਂ ਲਈ, food and religion. It has a rich culture. People of Punjab are very helpful and happy go lucky, यानी खुश रहने वाले। ठीक है बच्चों, ये हो गया साडे व्यूज। आगे है बी पार्ट, लव विद मदर टंग, मां बोली नाल प्यार। ऊड़ा एड़ा ईड़ी। आओ देखते हैं की गलबात हो रही है बच्चों ते अध्यापक विच टीचर। चिल्ड्रन, today we will discuss about mother tongue। बच्चों, आज असी मां बोली बारे गल करांगे। अंकुर, सर what is mother tongue? अंकुर कहते सर मां बोली की हुंदी है? टीचर, children, mother tongue is that which is acquired by a child from his her parents or his her family from the very beginning। बच्चों, मां बोली ओ बोली हुंदी है जेड़ी बच्चा शुरू तो ही अपने माता पिता या अपने परिवार तो सीखता है। बलजीत, सर if a child learns from parents or family then why is it called mother tongue? ते बलजीत पूछती है, सर जे बच्चा माता पिता या परिवार किसे चो भी सीखता है तो फिर ਇਹਦੇ नाम मां बोली क्यों रखा गया है? Teacher, yes Baljit, you asked a very good question। हाँ बलजीत बेटा, तुसी बड़ा सोना सवाल पूछया। In reality, असल विच a child lives with his her mother most of the time from early days। असल विच बच्चा शुरू विच सब तो वध समा मां कोल ही रहिंदा है। Maybe that's why it is named as mother tongue। शायद ताही इसका नाम मां बोली पै गया होना। चंदन, सर there is a song by हरभजन मान। मैनू इयो ना मनो विसार वे मैं तेरी मां दी बोली हाँ। ते चंदन कहंदा सर ਇਹਦੇ ਤੇ ਹਰਭਜਨ ਮਾਨ ਜੀ ਦਾ ਇੱਕ ਗੀਤ ਵੀ ਹੈ, ਮੈਨੂੰ ਇਉਂ ਨਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ।
Don't forget me from your heart. I am your mother tongue. मैनू भुला ना दियो, मैं माँ बोली हैगी हां थोड़ी. Teacher, well done. You reminded me a very good song. अध्यापक कहते ने शाबाश पुत, तू बड़ा सोहना गीत मैनू चेते करवाया है. बलजीत, sir, Satinder Sartaaj also has a song. सर जी, सतिंदर सरताज का भी गीत है. मैं गुरमुखी ਦਾ ਬੇਟਾ. ਤੇ ਉਹ ਵੀ ਕਹਿੰਦਾ ਵੀ ਮੈਨੂੰ ਵੀ ਆਂਦਾ ਹੈ ਗੀਤ. ਟੀਚਰ, ਯੈਸ ਸਨ, ਇਟ ਇਜ਼ ਆਲਸੋ ਅ ਵੈਰੀ ਗੁੱਡ Song. ਹਾਂ ਪੁੱਤ, ਇਹ ਵੀ ਬੜਾ ਸੋਹਣਾ ਗੀਤ ਹੈ. ਯੂ ਲਿਸਨ ਟੂ ਵੈਰੀ ਗੁੱਡ Songs. ਤੁਸੀਂ ਬੜੇ ਵਧੀਆ ਗੀਤ ਸੁਣਦੇ ਹੋ. Son, both of these songs highlighted the importance of mother tongue. ਪੁੱਤ, ਬੱਚਿਓ, ਇਹਨਾਂ ਦੋਹਾਂ ਗੀਤਾਂ ਵਿੱਚ ਮਾਂ ਬੋਲੀ ਦੀ ਮਹੱਤਤਾ ਦੱਸੀ ਗਈ ਹੈ. They give the message to love mother tongue. ਮਾਂ ਬੋਲੀ ਨੂੰ ਪਿਆਰ ਕਰਨ ਦਾ ਸੁਨੇਹਾ ਦਿੱਤਾ ਗਿਆ ਦੋਨੋਂ ਹੀ ਗਾਣਿਆਂ ਵਿੱਚ. ਸਵਿਤਾ, ਸਰ, is ਪੰਜਾਬੀ our mother tongue? ਸਰ, ਸਾਡੀ ਮਾਂ ਬੋਲੀ ਤਾਂ ਪੰਜਾਬੀ ਹੈ ਨਾ? ਟੀਚਰ, yes, ਪੰਜਾਬੀ is our mother tongue. हाँ जी, साडी माँ बोली पंजाबी है. सविता, सर, what is गुरमुखी then? सर, फिर गुरमुखी की है? टीचर, daughter, गुरमुखी is a script of Punjabi language. पुत्र, गुरमुखी पंजाबी भाषा दी लिपि है. The signs that are used for writing Punjabi language is called a script. ਪੰਜਾਬੀ ਭਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਨੇ, ਉਹਨਾਂ ਸਾਰਿਆਂ ਚਿੰਨ੍ਹਾਂ ਨੂੰ ਲਿਪੀ ਕਹਿੰਦੇ ਆ. ਲਾਈਕ, ਬੱਚਿਓ ਇੱਥੇ ਨਾ ਗਲਤੀ ਕੀਤੀ ਹੋਈ ਹੈ, ਤੁਸੀਂ ਧਿਆਨ ਕਰਕੇ ਠੀਕ ਕਰ ਲਿਓ. ਇੱਥੇ ਆਏਗਾ ਲਾਈਕ, ਜਿਵੇਂ ਊੜਾ, ਐੜਾ, ਈੜੀ. ਇੱਥੇ ਹੈਗਾ ਸਿਹਾਰੀ, ਇਹ ਆਏਗਾ ਸਿਹਾਰੀ, ਇਦਾਂ ਦੀ ਮਾਤਰਾ. ਬਿਹਾਰੀ, ਇਹ ਵਾਲੀ ਮਾਤਰਾ. ਬਿੰਦੀ ਆ ਪੈ ਜੂਗਾ, ਤੇ ਜਦ ਟਿੱਪੀ ਦੀ ਗੱਲ ਕੀਤੀ ਜਾਂਦੀ ਹੈ ਉਹ ਇੰਜ ਕਰਕੇ ਪੈਂਦਾ ਹੈ. ਇਹ ਸਾਰੀ ਚੀਜ਼ਾਂ ਬਾਰੇ ਦੱਸਿਆ ਗਿਆ ਹੈ. The group of signs that are used to write is called script. ਤੇ ਇਹਨਾਂ ਚਿੰਨ੍ਹਾਂ ਨੂੰ ਲਿਖਣ ਲਈ ਵਰਤੋਂ ਕੀਤੀ ਜਾਂਦੀ ਹੈ. ਇਹਨਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? ਲਿਪੀ. ਗੁਰਮੁਖੀ script is used for writing Punjabi. ਤੇ ਪੰਜਾਬੀ ਲਿਖਣ ਲਈ ਆਪਾਂ ਗੁਰਮੁਖੀ ਲਿਪੀ ਵਰਤਦੇ ਹਾਂ. ਸਵਿਤਾ, sir, why do many Hindi movies have Punjabi songs? Sir, ਕਈ ਹਿੰਦੀ ਫਿਲਮਾਂ ਵਿੱਚ ਪੰਜਾਬੀ ਗੀਤ ਕਿਉਂ ਹੁੰਦੇ ਨੇ? Teacher, children, Punjabi is a very famous language. ਬੱਚਿਓ, ਪੰਜਾਬੀ ਬੜੀ ਪ੍ਰਸਿੱਧ ਭਾਸ਼ਾ ਹੈ. By the numbers of speakers, this language is on 10th ਜਾਂ 11th position among the world. ਤੇ ਬੋਲਣ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਸੰਸਾਰ, ਇਹ ਦੁਨੀਆ ਦੀ ਕੋਈ 10ਵੇਂ ਜਾਂ 11ਵੇਂ ਨੰਬਰ ਤੇ ਆਉਣ ਵਾਲੀ ਭਾਸ਼ਾ ਹੈ. ਪੰਜਾਬੀ people have reached in more than 160 countries of the world. ਦੁਨੀਆ ਦੇ ਕੋਈ 160 ਤੋਂ ਵੱਧ ਦੇਸ਼ਾਂ ਵਿੱਚ ਪੰਜਾਬੀ ਲੋਕ ਪੁੱਜ ਚੁੱਕੇ ਨੇ. Whenever there is a Punjabi song in a Hindi movie, many Punjabis like to watch that movie. ਜਦੋਂ ਕਿਸੇ ਹਿੰਦੀ ਫਿਲਮ ਵਿੱਚ ਪੰਜਾਬੀ ਗੀਤ ਹੁੰਦਾ ਹੈ ਤਾਂ ਕਈ ਪੰਜਾਬੀ ਬੰਦੇ ਉਸ ਫਿਲਮ ਨੂੰ ਦੇਖਣਾ ਚਾਹੁੰਦੇ ਨੇ. Many times Hindi filmmakers add a Punjabi song in their movie to make it more popular. ਆ ਤਾਂ ਛੱਡੋ, ਕਈ ਵਾਰ ਹਿੰਦੀ ਫਿਲਮਾਂ ਵਾਲੇ ਆਪਣੀਆਂ ਫਿਲਮਾਂ ਨੂੰ ਹੋਰ ਮਸ਼ਹੂਰ ਕਰਨ ਲਈ ਫਿਲਮਾਂ ਵਿੱਚ ਕਈ ਵਾਰੀ ਪੰਜਾਬੀ ਗੀਤ ਪਾ ਦਿੰਦੇ ਨੇ. ਭਾਰਤੀ, ਸਰ, all the members in our house members speak in Hindi. ਇੱਥੇ ਆਏਗਾ ਬੱਚਿਓ, members ਕੱਟ ਦਿਓ. Sir, all the members in my house speak Hindi. ਤਾਂ ਭਾਰਤੀ ਕਹਿੰਦੀ ਹੈ, ਸਰ, ਸਾਡੇ ਘਰ ਵਿੱਚ ਸਾਰੇ ਹਿੰਦੀ ਬੋਲਦੇ ਨੇ. Our real house is in UP. ਸਾਡਾ ਅਸਲੀ ਘਰ ਤਾਂ UP ਵਿੱਚ ਹੈ. Our relatives also speak in Hindi. ਤੇ ਸਾਡੇ ਰਿਸ਼ਤੇਦਾਰ ਵੀ ਹਿੰਦੀ ਬੋਲਦੇ ਨੇ. Teacher, child, then your mother tongue is Hindi. ਬੇਟਾ, ਤੁਹਾਡੀ ਮਾਂ ਬੋਲੀ ਫਿਰ ਹਿੰਦੀ ਹੋਈ. No problem. ਕੋਈ ਗੱਲ ਨਹੀਂ. ਹਿੰਦੀ ਐਂਡ ਪੰਜਾਬੀ are like sisters. ਕੋਈ ਨਾ, ਹਿੰਦੀ ਅਤੇ ਪੰਜਾਬੀ ਦੋਵੇਂ ਭੈਣ ਭਰਾ ਨੇ. Every human being must love his, her own
ਮਦਰ ਟੰਗ। ਹਰ ਇੱਕ ਮਨੁੱਖ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੋਣਾ ਚਾਹੀਦਾ ਹੈ। Mother tongue has a deep and lovable relationship with our heart and mind. ਮਾਂ ਬੋਲੀ ਦਾ ਸਾਡੇ ਦਿਲ ਅਤੇ ਦਿਮਾਗ ਨਾਲ ਵੱਡਾ ਡੂੰਘਾ ਪਿਆਰ ਦਾ ਰਿਸ਼ਤਾ ਹੁੰਦਾ ਹੈ। Whatever is listened and read in mother tongue is easily understood. ਮਾਂ ਬੋਲੀ ਵਿੱਚ ਸੁਣੀ ਅਤੇ ਪੜ੍ਹੀ ਗੱਲ ਆਸਾਨੀ ਨਾਲ ਸਮਝ ਆ ਜਾਂਦੀ ਹੈ। ਬਲਜੀਤ, Yes sir, that's right. ਹਾਂਜੀ sir, ਇਹ ਤਾਂ ਹੈ। Teacher, but children, it doesn't mean that we need not learn other language. ਪਰ ਬੱਚਿਓ, ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਹੋਰ ਭਾਸ਼ਾਵਾਂ ਨਾ ਸਿੱਖੀਏ। Just keep in mind that other languages are not learned by forgetting mother tongue. ਬਸ ਇੰਨਾ ਯਾਦ ਰੱਖਣਾ ਕਿ ਮਾਂ ਬੋਲੀ ਨੂੰ ਭੁੱਲੇ ਬਿਨਾ ਤੁਸੀਂ ਹੋਰ ਭਾਸ਼ਾਵਾਂ ਵੀ ਸਿੱਖ ਲਓ। ਹਰਭਜਨ ਮਾਨ is also saying that ਮੈਨੂੰ ਇਉਂ ਨਾ ਮਨੋ ਵਿਸਾਰ। ਹਰਭਜਨ ਮਾਨ ਵੀ ਇਹੋ ਕਹਿ ਰਿਹਾ ਹੈ, ਮੈਨੂੰ ਇੰਜ ਨਾ ਮਨੋ ਵਿਸਾਰਦੀ, ਭੁੱਲ ਜਾਈ ਕਿਤੇ। ਬਲਜੀਤ, Sir, there is a song of Manmohan Waris in my father's phone. ਇੱਕ ਬੱਚਾ ਕਹਿੰਦਾ, ਸਰ ਮੇਰੇ ਪਿਤਾ ਜੀ ਦੇ ਫੋਨ ਵਿੱਚ ਮਨਮੋਹਨ ਵਾਰਿਸ ਦਾ ਵੀ ਗੀਤ ਹੈ। ਮਾਵਾਂ 3 ਹੁੰਦੀਆਂ ਨੇ। Mothers are 3. Teacher, ਅਧਿਆਪਕ ਕਹਿੰਦੇ ਨੇ, ਬਲਜੀਤ, your father has a good taste of music. ਬਲਜੀਤ, ਤੇਰੇ ਪਿਤਾ ਜੀ ਤੇਰੇ ਪਾਪਾ ਦੀ ਬੜੇ ਸੋਹਣੇ ਗੀਤ ਸੁਣਦੇ ਨੇ। I have also listened to that song. Mothers are 3. One is Mother Earth, second is Mother Tongue, and third is Mother who gave us birth. मैं भी वो गीत सुनिया है कि मावा 3 ਹੁੰਦੀਆਂ ਨੇ। एक है Mother Earth, धरती, दूजी है माँ बोली, Mother Tongue, and third is Mother who gave us birth. तीजी है माँ जन्म देने वाली। Really children, these 3 nurture us. ਬਿਲਕੁਲ ਸੱਚੀ ਗੱਲ ਹੈ ਬੱਚਿਓ, ਇਹ ਤਿੰਨੋਂ ਸਾਨੂੰ ਪਾਲਦੀਆਂ ਨੇ। Their debt can't be repaid. ਇਹਨਾਂ ਦਾ ਕਰਜ਼ਾ, debt ਦਾ ਮਤਲਬ ਕਰਜ਼ਾ, ਇਹਨਾਂ ਦਾ ਕਰਜ਼ਾ ਨਹੀਂ ਲਾਇਆ ਜਾ ਸਕਦਾ। ਸਵਿਤਾ, Sir, my uncle reads Punjabi books. Sir, ਮੇਰੇ ਚਾਚਾ ਜੀ, ਮੇਰੇ ਅੰਕਲ ਵੀ ਪੰਜਾਬੀ ਦੀਆਂ ਕਿਤਾਬਾਂ ਪੜ੍ਹਦੇ ਨੇ। Teacher, Yes children. ਹਾਂ ਬੱਚਿਓ, books of many famous writers like Gurdial Singh, Shiv Kumar, Surjit Patil, and Narendra Kapoor are read in Punjabi. हाँ बच्चों, पंजाबी ਵਿੱਚ ਗੁਰਦਿਆਲ ਸਿੰਘ, ਸ਼ਿਵ ਕੁਮਾਰ, ਸੁਰਜੀਤ ਪਾਤਰ ਅਤੇ ਨਰਿੰਦਰ ਸਿੰਘ ਕਪੂਰ ਵਰਗੇ ਲੇਖਕਾਂ ਦੀਆਂ ਕਿਤਾਬਾਂ ਬਹੁਤ ਪੜ੍ਹੀਆਂ ਜਾਂਦੀਆਂ ਨੇ। ਅੰਕੁਰ, Sir, my brother reads Punjabi newspaper on computer. Sir, ਮੇਰੇ ਵੀਰ ਜੀ ਕੰਪਿਊਟਰ ਵਿੱਚ ਪੰਜਾਬੀ ਅਖਬਾਰ ਪੜ੍ਹਦੇ ਨੇ। Teacher, Yes children, many things in Punjabi are there on computer. हाँ बच्चों, कंप्यूटर ते भी पंजाबी ਦਾ ਬੜਾ ਕੁਝ ਹੈਗਾ। I also read 3 Punjabi newspapers early in the morning. ਮੈਂ ਵੀ ਸਵੇਰੇ ਜਲਦੀ ਉੱਠ ਕੇ 3 ਪੰਜਾਬੀ ਦੇ ਅਖਬਾਰ ਪੜ੍ਹਦੀ ਹਾਂ। ਕਿਹੜੇ-ਕਿਹੜੇ? ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਦ ਨਿਊ ਵਰਲਡ, ਐਂਡ ਅਜੀਤ ਅਤੇ ਅਜੀਤ। ਇਹ ਤਿੰਨੋਂ ਅਖਬਾਰ ਪੜ੍ਹਦੀ ਹਾਂ। Children, let's stop this conversation here. What did you learn today? ਚਲੋ ਬੱਚੋ, ਆਪਣੀ ਗੱਲਬਾਤ ਇੱਥੇ ਹੀ ਬੰਦ ਕਰਦੇ ਹਾਂ। ਫਿਰ ਅੱਜ ਕੀ ਸਿੱਖਿਆ ਤੁਸੀਂ? ਭਾਰਤੀ, Sir, today we learned that we should never forget our mother tongue ever. Sir, ਅੱਜ ਇਹ ਸਿੱਖਿਆ ਕਿ ਸਾਨੂੰ ਆਪਣੀ ਮਾਂ ਬੋਲੀ ਕਦੇ ਨਹੀਂ ਭੁਲਾਣੀ ਚਾਹੀਦੀ। Teacher, let's finish this talk with lines of a Pakistani poet. ਬਿਲਕੁਲ ਠੀਕ। ਚਲੋ ਇਸ ਗੱਲਬਾਤ ਨੂੰ ਇੱਕ ਪੰਜਾਬੀ ਦੇ ਪਾਕਿਸਤਾਨੀ ਪੋਇਟ ਕਵੀ ਦੀ ਗੱਲ ਨਾਲ ਮੁਕਾਉਂਦੇ। ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾ ਛੱਡ ਦੇ। ਜਿਹਦੀ ਗੋਦੀ 'ਚ ਪਲ ਕੇ ਜਵਾਨ ਹੋਇਓ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ। ਜੇ ਪੰਜਾਬੀ ਪੰਜਾਬੀ ਕੁੱਟਣਾ ਏ, ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ।
मैनू यूंज लगदा लोकी आखदे ने तू पुत्रा अपनी मां छड्ड दे। तां ओह कहंदे ने भी मैनू कई बार लोकां ने आख्या भी आ पंजाबी छड्ड दे, तां मैनू तां इंज जापदा है जिवें कोई मैनू आख रिहा होवे भी अपनी मां छड्ड दे। Many people have asked me to stop using the name of Punjabi. कई लोकां ने मैनू कहा भी आ पंजाबी करना छड्ड दे। Just as a child loves his mother, जिद्दां एक बच्चा अपनी मां नू प्यार करता है, and native place जिथे ओदा जन्म होया ओ था, after growing up in the lap of his mother, मैं तां नहीं छड्ड सकदा जिथे मैं पैदा होया, जिथे मैं खेडिया, जिहदी गोदी च मैं खेडिया, वो मैं नहीं छड्ड सकदा। ओरल क्वेश्चंस, मौखिक प्रश्न। पहला, which are three mothers of human being? मनुख दियां केड़ियां तीन मावां हुंदियां ने? एक तां हो गई मदर अर्थ धरती, दूजी मदर टंग मां बोली, ते तीजी बर्थ गिविंग मदर जिन्हें जन्म दिता। दूजा, which language is mother tongue of Punjabi? पंजाबियां दी मां बोली केड़ी है? वो हैगी है पंजाबी। तीजा, can Punjabi be read or written on computer? की कंप्यूटर ते पंजाबी लिखी या पढ़ी जा सकती है? बिल्कुल। ते चौथा, what did we learn from today's talk? आज दी गलबात विचों असी की सिक्ख्या? ਅਸੀਂ ਇਹ ਸਿੱਖਿਆ ਵੀ ਜਦ ਅਸੀਂ ਹੋਰ ਲੈਂਗੁਏਜ ਸਿੱਖਣੀ ਹੋਏ ਵੀ ਸ਼ੁੱਡ not forget ਪੰਜਾਬੀ, ਉਦੋਂ ਪੰਜਾਬੀ ਨਹੀਂ ਭੁੱਲਣੀ ਚਾਹੀਦੀ ਤੇ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਨੇ। ਪਹਿਲੀ ਗੱਲ, love your mother tongue and don't forget, भूल ना जायो, your mother tongue while you learn other languages। ਹੋਰ ਭਾਸ਼ਾਵਾਂ ਸਿੱਖਦੇ ਸਿੱਖਦੇ ਆਪਣੀ ਮਾਂ ਬੋਲੀ ਨਾ ਭੁੱਲ ਜਾਇਓ। ਅੱਗੇ ਚੱਲਦੇ ਹਾਂ। C, on other languages of the country। ਹੁਣ ਗੱਲਬਾਤ ਕਰਾਂਗੇ ਦੇਸ਼ ਦੀਆਂ ਹੋਰ ਬੋਲੀਆਂ ਬਾਰੇ। Other people have their mother tongues just as Punjabi is our mother tongue। ਜਿਵੇਂ ਸਾਡੀ ਮਾਂ ਬੋਲੀ ਪੰਜਾਬੀ ਹੈ, ਉਵੇਂ ਹੀ ਹੋਰ ਲੋਕਾਂ ਦੀਆਂ ਮਾਂ ਬੋਲੀਆਂ ਹਨ। They also love their mother tongue as we do। ਉਹ ਵੀ ਸਾਡੇ ਵਾਂਗ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ। Everyone has a right to love his her own mother tongue। ਹਰ ਕਿਸੇ ਨੂੰ ਹੱਕ ਹੈਗਾ ਕਿ ਉਹ ਆਪਣੀ ਮਾਂ ਬੋਲੀ ਨੂੰ ਪਿਆਰ ਕਰੇ। Everyone must love his her mother tongue। ਤੇ ਜ਼ਰੂਰੀ ਵੀ ਹੈ, ਬਹੁਤ ਜ਼ਰੂਰੀ ਹੈ ਕਿ ਹਰ ਕੋਈ ਆਪਣੀ ਮਾਂ ਬੋਲੀ ਨੂੰ ਪਿਆਰ ਕਰੇ। Hundreds of languages and dialects are spoken in India। ਤੇ ਇੱਥੇ ਦੱਸਿਆ ਗਿਆ ਹੈ ਕਿ ਹਜ਼ਾਰਾਂ ਭਾਸ਼ਾਵਾਂ ਜਾਂ ਸੈਂਕੜੇ ਭਾਸ਼ਾਵਾਂ ਤੇ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ। More spoken languages among them hold a place in the constitution। ਤੇ ਇਹਨਾਂ ਵਿੱਚੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਕੁਝ ਭਾਸ਼ਾਵਾਂ ਨੂੰ ਸੰਵਿਧਾਨ ਵਿੱਚ ਖਾਸ ਦਰਜ ਕੀਤਾ ਗਿਆ ਹੈ। ਬਹੁਤ ਸਾਰੀ ਭਾਸ਼ਾਵਾਂ ਤੇ ਭਾਸ਼ਾਵਾਂ ਵਿੱਚੋਂ ਹੋਰ ਭਾਸ਼ਾਵਾਂ ਨਿਕਲ ਜਾਂਦੀਆਂ ਨੇ, ਉਹ ਹੈਗੀਆਂ ਨੇ। You must have seen any Indian rupee note। ਤੁਸੀਂ ਕਿਸੇ ਭਾਰਤੀ ਰੁਪਏ ਦਾ ਨੋਟ ਤਾਂ ਵੇਖਿਆ ਹੀ ਹੋਏਗਾ। ਆ ਦੇਖੋ, the amount of the rupee can be found written on this in 17 languages including Punjabi, Hindi and English। ਕਦੀ ਧਿਆਨ ਦਿੱਤਾ ਹੈ? ਇਸ ਉੱਤੇ 17 ਭਾਸ਼ਾਵਾਂ ਵਿੱਚ ਇਹਦੇ ਨੰਬਰ ਲਿਖਿਆ ਹੋਇਆ, ਦੀ ਰਾਸ਼ੀ ਲਿਖੀ ਹੋਈ ਹੈ।
ਜਿਹਦੇ ਵਿੱਚ ਪੰਜਾਬੀ ਵੀ ਹੈ, ਹਿੰਦੀ ਵੀ ਹੈ ਤੇ ਅੰਗਰੇਜ਼ੀ ਵੀ ਹੈਗੀ। In reality, India is a multi-language country. ਅਸਲ ਵਿੱਚ ਭਾਰਤ ਇੱਕ ਬਹੁ ਭਾਸ਼ੀ ਦੇਸ਼ ਹੈ, ਬਹੁਤ ਭਾਸ਼ਾਵਾਂ ਨੇ ਇੱਥੇ। It is a bouquet of language flowers. ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਗੁਲਦਸਤਾ ਹੈ। That's why Indian government gives the deserved right to every language. ਇਸ ਕਰਕੇ ਭਾਰਤ ਸਰਕਾਰ ਹਰ ਭਾਸ਼ਾ ਨੂੰ ਉਸਦਾ ਬਣਦਾ ਹੱਕ ਦਿੰਦੀ ਹੈ। We must love our mother tongue. ਤੇ ਸਾਨੂੰ ਆਪਣੀ ਭਾਸ਼ਾ ਮਾਂ ਬੋਲੀ ਨੂੰ ਪਿਆਰ ਕਰਨਾ ਚਾਹੀਦਾ ਹੈ। But we shouldn't condemn others' mother tongue. ਪਰ ਸਾਨੂੰ ਕਿਸੇ ਹੋਰ ਦੀ ਮਾਂ ਬੋਲੀ ਦੀ ਨਿੰਦਾ ਵੀ ਨਹੀਂ ਕਰਨੀ ਚਾਹੀਦੀ। Mother tongue is as lovable to anyone as we love ours. ਕਿਸੇ ਹੋਰ ਨੂੰ ਵੀ ਆਪਣੀ ਭਾਸ਼ਾ ਉਨੀ ਪਿਆਰੀ ਹੁੰਦੀ ਹੈ ਜਿੰਨੀ ਸਾਨੂੰ ਆਪਣੀ ਭਾਸ਼ਾ ਹੁੰਦੀ ਹੈ। Okay, we must learn as well as speak our mother tongue very well. ਸਾਨੂੰ ਆਪਣੀ ਮਾਂ ਬੋਲੀ ਤਾਂ ਚੰਗੀ ਤਰ੍ਹਾਂ ਲਿਖਣੀ ਚਾਹੀਦੀ ਹੈ, ਉਹ ਵੀ ਆਣੀ ਚਾਹੀਦੀ ਹੈ, ਬੋਲਣੀ ਵੀ ਆਣੀ ਚਾਹੀਦੀ ਹੈ, but other languages also. ਪਰ ਹੋਰ ਬੋਲੀਆਂ ਵੀ ਸਿੱਖਣੀਆਂ ਚਾਹੀਦੀਆਂ ਨੇ। It is impossible to live without learning Hindi and English. ਹਿੰਦੀ ਤੇ ਅੰਗਰੇਜ਼ੀ ਸਿੱਖੇ ਬਿਨਾਂ ਤਾਂ ਬਿਲਕੁਲ ਗੁਜ਼ਾਰਾ ਨਹੀਂ ਅੱਜ ਤੱਕ। If we have to live in any other state for a longer period, then we should learn their language also. ਜੇ ਸਾਨੂੰ ਭਾਰਤ ਦੇ ਕਿਸੇ ਹੋਰ ਰਾਜ ਵਿੱਚ ਲੰਬੇ ਸਮੇਂ ਤੱਕ ਰਹਿਣਾ ਪੈ ਜਾਵੇ ਤਾਂ ਸਾਨੂੰ ਉੱਥੇ ਦੀ ਭਾਸ਼ਾ ਵੀ ਸਿੱਖ ਲੈਣੀ ਚਾਹੀਦੀ ਹੈ। Our many problems will get solved after learning this. Otherwise also, if we learn as many languages as we can, many doors to knowledge will get open for us. ਇਹ ਸਿੱਖ ਲੈਣ ਨਾਲ ਸਾਡੀਆਂ ਕਈ ਮੁਸ਼ਕਲਾਂ ਹੱਲ ਹੋ ਜਾਣਗੀਆਂ। ਵੈਸੇ ਵੀ ਅਸੀਂ ਜਿੰਨੀਆਂ ਵੱਧ ਭਾਸ਼ਾਵਾਂ ਸਿੱਖ ਲੈਂਦੇ ਹਾਂ, ਸਾਡੇ ਲਈ ਗਿਆਨ ਦੇ ਉਨੇ ਦਰਵਾਜ਼ੇ ਖੁੱਲ ਜਾਂਦੇ ਨੇ। ਬਾਂਗਲਾ, ਅਸਾਮੀ, ਮਰਾਠੀ, ਕਸ਼ਮੀਰੀ, ਬੋਡੋ, Kannada, Malayalam, Gujarati, Dogri, Urdu and Tamil are other languages spoken in India. ਤੇ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਭਾਰਤ ਦੇ ਵਿੱਚ, ਵੱਖ-ਵੱਖ ਰਾਜਾਂ ਵਿੱਚ। ਆ ਦੇਖੋ, Do you know that Munshi Premchand is a well-known writer in Hindi? ਕੀ ਤੁਹਾਨੂੰ ਪਤਾ ਹੈ ਕਿ ਮੁਨਸ਼ੀ ਪ੍ਰੇਮਚੰਦ ਹਿੰਦੀ ਦੇ ਬਹੁਤ ਵੱਡੇ ਲੇਖਕ ਹਨ? You must have heard the name of Rabindranath Tagore. ਤੇ Rabindranath Tagore ਦਾ ਵੀ ਨਾਂ ਤੁਸੀਂ ਸੁਣਿਆ ਹੋਵੇਗਾ। Tagore was from Bengal. Tagore ਬੰਗਾਲੀ ਸਨ। He wrote in Bengali language. ਤੇ ਉਹ ਬੰਗਾਲੀ ਵਿੱਚ ਲਿਖਦੇ ਸਨ। Indian national anthem Jan Gan Man is written by him. ਸਾਡਾ ਰਾਸ਼ਟਰਗਾਨ ਜਨ ਗਣ ਮਨ ਉਹਨਾਂ ਨੇ ਹੀ ਲਿਖਿਆ ਹੋਇਆ ਹੈ। So it is very important to understand the importance of other languages. ਤੇ ਦੂਜੀ ਭਾਸ਼ਾਵਾਂ ਦੀ ਮਹੱਤਤਾ ਸਮਝਣੀ ਵੀ ਬਹੁਤ ਜ਼ਰੂਰੀ ਹੈ। ਆਓ ਦੇਖੀਏ ਇੱਥੇ ਕੀ ਲਿਖਿਆ ਹੈ। ਦੇਸ ਮੇਰੇ ਦੀਆਂ ਸਭ ਬੋਲੀਆਂ ਨਿਆਰੀਆਂ, ਦੇਸ ਦੀ ਅਮੀਰੀ ਇਹ ਦਿਖਾਉਣ ਸਾਰੀਆਂ। ਜਿੰਨੀਆਂ ਭਾਸ਼ਾਵਾਂ ਅਸੀਂ ਸਿੱਖ ਲੈਂਦੇ ਹਾਂ, ਗਿਆਨ ਦੀਆਂ ਉਨੀਆਂ ਖੁੱਲਣ ਪਾਰੀਆਂ। ਤਾਂ ਇੱਥੇ ਲਿਖਿਆ ਹੈ ਵੀ all the languages of our country are different. ਭਾਰਤ ਦੇ ਵੱਖ-ਵੱਖ ਕੋਨੇ ਵਿੱਚ ਵੱਖ-ਵੱਖ ਭਾਸ਼ਾ ਬੋਲੀ ਜਾਂਦੀ ਹੈ। It increases the richness of our country. ਇਹ ਭਾਰਤ ਨੂੰ ਹੋਰ ਅਮੀਰ ਬਣਾਉਂਦੀ ਹੈ। ਹੋਰ ਵੱਖ-ਵੱਖ ਭਾਸ਼ਾਵਾਂ ਨਾਲ ਹੋਰ ਲੋਕ ਰਹਿੰਦੇ ਨੇ। As ਅਮੀਰ ਦਾ ਮਤਲਬ ਹੁੰਦਾ ਹੈ ਬੱਚਿਓ ਵੀ ਵੱਖ-ਵੱਖ ਤਰੀਕੇ ਦੇ ਲੋਕ ਇਕੱਠੇ ਰਹਿੰਦੇ ਨੇ, ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ। As many languages as we can learn. ਜਿੰਨੀਆਂ ਭਾਸ਼ਾਵਾਂ ਅਸੀਂ ਸਿੱਖ ਸਕਦੇ ਹਾਂ, more and more windows get open to acquire knowledge. ਉਹਨੇ ਹੀ ਗਿਆਨ ਦੇ ਦਰਵਾਜ਼ੇ ਜਾਂ ਖਿੜਕੀਆਂ ਖੁੱਲ ਜਾਂਦੀਆਂ ਨੇ ਸਾਡੀ ਗਿਆਨ ਦਾ ਵਾਧਾ ਕਰਨ ਵਿੱਚ। ਠੀਕ ਹੈ ਬੱਚਿਓ, ਅੱਗੇ ਹੈ oral questions. ਪਹਿਲਾ, 100 languages are spoken in India. True or false? ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸਹੀ ਹੈ ਜਾਂ ਗਲਤ ਹੈ? ਇਹ true, right.
ਦੂਜਾ, write any two languages other than Punjabi, Hindi and English. ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਕੋਈ ਦੋ ਹੋਰ ਭਾਸ਼ਾਵਾਂ ਦੇ ਨਾਂ ਦੱਸੋ। ਇੱਕ ਆਪਾਂ ਲਿਖ ਦਿੰਦੇ ਆ ਬੋਡੋ, ਕਸ਼ਮੀਰੀ ਆਪਾਂ ਪੜ੍ਹੀ ਸੀ ਨਾ, ਤੇ ਨਾਲ ਦੀ ਨਾਲ ਮਰਾਠੀ। ਤੀਜਾ, where did Rabindranath Tagore belong to? Rabindranath Tagore ਕਿੱਥੋਂ ਦੇ ਰਹਿਣ ਵਾਲੇ ਸਨ? ਉਹ ਸੀਗੇ ਬੰਗਾਲ ਦੇ। Fourth, learning more languages is beneficial or not? ਵੱਧ ਭਾਸ਼ਾਵਾਂ ਸਿੱਖਣ ਦਾ ਕੋਈ ਲਾਭ ਹੁੰਦਾ ਹੈ ਜਾਂ ਨਹੀਂ? ਹਾਂਜੀ, ਬਿਲਕੁਲ ਹੁੰਦਾ ਹੈ। More doors of knowledge are opened for us. More doors of knowledge get unlocked, ਜਿਹਦਾ ਮਤਲਬ ਖੁੱਲ ਜਾਂਦੇ ਨੇ ਗਿਆਨ ਦੇ ਹੋਰ ਦਰਵਾਜ਼ੇ। ਅੱਗੇ ਚੱਲਦੇ ਹਾਂ ਡੀ ਪਾਰਟ, ਲਵ ਵਿਦ ਪੀਪਲ ਆਫ ਦ ਕੰਟਰੀ, ਦੇਸ਼ ਦੇ ਸਾਰੇ ਲੋਕਾਂ ਨਾਲ ਪਿਆਰ। It is a very high human trait of having true love for country. ਮਨੁੱਖ ਦੇ ਦਿਲ ਵਿੱਚ ਸੱਚਾ ਦੇਸ਼ ਪਿਆਰ ਹੋਣਾ ਇੱਕ ਬਹੁਤ ਵੱਡਾ ਮਨੁੱਖੀ ਗੁਣ ਹੈ। It is not a holy love for things of the country. ਇਹ ਪਿਆਰ ਨਿਰਾ ਦੇਸ਼ ਦੀਆਂ ਚੀਜ਼ਾਂ ਵਸਤੂਆਂ ਨਾਲ ਪਿਆਰ ਨਹੀਂ ਹੁੰਦਾ। Real love for the country is a love for its people. ਅਸਲੀ ਦੇਸ਼ ਪਿਆਰ ਦੇਸ਼ ਦੇ ਲੋਕਾਂ ਨਾਲ ਪਿਆਰ ਹੁੰਦਾ ਹੈ। People of the country means all the people that belong to the country. ਦੇਸ਼ ਦੇ ਲੋਕਾਂ ਤੋਂ ਭਾਵ ਹੈ ਦੇਸ਼ ਦੇ ਸਾਰੇ ਲੋਕਾਂ ਤੋਂ ਪਿਆਰ। Till we don't love all the people of the country, we can't say that we love our country. ਜਦੋਂ ਤੱਕ ਅਸੀਂ ਦੇਸ਼ ਦੇ ਸਾਰੇ ਲੋਕਾਂ ਨੂੰ ਪਿਆਰ ਨਹੀਂ ਕਰਦੇ, ਅਸੀਂ ਉਦੋਂ ਤੱਕ ਇਹ ਨਹੀਂ ਕਹਿ ਸਕਦੇ ਵੀ ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ। As you know that we all are human beings. ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਾਰੇ ਮਨੁੱਖ ਹਾਂ। That's why the feeling of hatred or partiality shouldn't exist in our heart. ਇਸੇ ਲਈ ਸਾਡੇ ਮਨ ਵਿੱਚ ਕਿਸੇ ਦੂਜੇ ਮਨੁੱਖ ਪ੍ਰਤੀ ਕੋਈ ਵੈਰ ਵਿਰੋਧ ਜਾਂ ਫਿਰ ਪੱਖਪਾਤ ਦੀ ਭਾਵਨਾ ਵੀ ਇਹ ਮੇਰੇ ਦੇਸ਼ ਦਾ ਵਾਸੀ ਹੈ, ਮੇਰੇ ਰਾਜ ਦਾ ਹੈ, ਏਦਾਂ ਨਹੀਂ ਹੋਣਾ ਚਾਹੀਦਾ। ਇਹ ਸਭ ਦਿਲ ਵਿੱਚ ਆਣਾ ਵੀ ਨਹੀਂ ਚਾਹੀਦਾ। ਠੀਕ ਹੈ ਬੱਚਿਓ, ਕਿਸੇ ਦੇ ਵਿਰੁੱਧ ਨਫ਼ਰਤ ਨਹੀਂ ਹੋਣੀ ਚਾਹੀਦੀ, ਭੇਦਭਾਵ ਦੀ ਕੋਈ ਭਾਵਨਾ ਨਹੀਂ ਹੋਣੀ ਚਾਹੀਦੀ ਸਾਡੇ ਵਿੱਚ। ਅਸੀਂ ਸਾਰੇ ਇੱਕੋ ਦੇਸ਼ ਦੇ ਵਾਸੀ ਹਾਂ ਤੇ ਪਿਆਰ ਨਾਲ ਰਹਿਣਾ ਜ਼ਰੂਰੀ ਹੈ। Any citizen, irrespective of his state, religion, caste or language, is a part of the country. ਕੋਈ ਨਾਗਰਿਕ ਭਾਵੇਂ ਉਹ ਕਿਸੇ ਵੀ ਰਾਜ ਵਿੱਚ ਰਹਿੰਦਾ ਹੋਵੇ, ਕਿਸੇ ਵੀ ਧਰਮ ਨੂੰ ਮੰਨਦਾ ਹੋਵੇ, ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਅਤੇ ਕੋਈ ਵੀ ਭਾਸ਼ਾ ਬੋਲਦਾ ਹੋਵੇ, ਉਹ ਦੇਸ਼ ਦਾ ਹਿੱਸਾ ਹੈ। Any kind of partiality must not be done with him. ਤੇ ਉਸ ਨਾਲ ਕਿਸੇ ਤਰ੍ਹਾਂ ਦੀ ਵੀ ਭੇਦਭਾਵ ਦੀ ਗੱਲ ਜਾਂ ਵਿਤਕਰਾ ਨਹੀਂ ਹੋਣਾ ਚਾਹੀਦਾ। We should not have any feelings of superiority or inferiority. ਸਾਡੇ ਵਿੱਚ ਕੋਈ ਊਚ ਨੀਚ ਦੀ ਭਾਵਨਾ ਨਹੀਂ ਹੋਣੀ ਚਾਹੀਦੀ। Every citizen should be helpful to others. ਹਰ ਨਾਗਰਿਕ ਨੂੰ ਦੂਜੇ ਦਾ ਮਦਦਗਾਰ ਹੋਣਾ ਚਾਹੀਦਾ ਹੈ, ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। Nobody should think about others' loss. ਤੇ ਨਾਲ ਦੀ ਨਾਲ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਦਾ ਕੋਈ ਨੁਕਸਾਨ ਕਰਨ ਬਾਰੇ ਨਾ ਸੋਚੇ। Nobody should cheat anyone. ਕੋਈ ਕਿਸੇ ਨਾਲ ਕੋਈ ਹੇਰਾ ਫੇਰੀ ਵੀ ਨਾ ਕਰੇ। This is the love for the people of the country. ਦੇਸ਼ ਦੇ ਲੋਕਾਂ ਨੂੰ ਪਿਆਰ ਕਰਨਾ ਇਹੀ ਹੁੰਦਾ ਹੈ ਜਦ ਭੇਦਭਾਵ ਨਾ ਹੋਵੇ, ਹੇਰਾ ਫੇਰੀ ਨਾ ਹੋਏ, ਉੱਚ ਨੀਚ ਦੀ ਭਾਵਨਾ ਨਾ ਹੋਏ। The most important thing is to think about the rights of poor people in the country. ਸਭ ਤੋਂ ਮਹੱਤਵਪੂਰਨ ਗੱਲ ਹੈ ਦੇਸ਼ ਦੇ ਗਰੀਬ ਲੋਕਾਂ ਦੇ ਹੱਕ ਬਾਰੇ ਸੋਚਣਾ। We should try to make poor people's life prosper.
ਸਾਨੂੰ ਗਰੀਬ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। They should be helped in education. ਉਹਨਾਂ ਨੂੰ ਪੜ੍ਹਨ ਲਿਖਣ ਵਿੱਚ ਮਦਦ ਕਰਨੀ ਚਾਹੀਦੀ ਹੈ। A nation can prosper only if all the people are happy and have essential facilities for life. ਦੇਸ਼ ਤਾਂ ਹੀ ਖੁਸ਼ਹਾਲ ਹੋ ਸਕਦਾ ਹੈ ਜੇ ਦੇਸ਼ ਦੇ ਸਾਰੇ ਲੋਕ ਖੁਸ਼ ਹੋਣ, ਉਹਨਾਂ ਕੋਲ ਜੀਵਨ ਦੀਆਂ ਜ਼ਰੂਰੀ ਸਹੂਲਤਾਂ ਹੋਣ। A real courtesy is to take weak people along with us. ਇਹ ਬਹੁਤ ਜ਼ਰੂਰੀ ਹੈ ਵੀ ਤਰੱਕੀ ਕਰਨ ਲਈ ਅਸੀਂ ਇਕੱਠੇ ਹੋ ਕੇ ਚੱਲੀਏ। ਕਿਸੇ ਕਮਜ਼ੋਰ ਨੂੰ ਲੈ ਕੇ ਚੱਲਣਾ ਹੀ ਅਸਲੀ ਨੇਕੀ ਹੈ। Let's read a poem. ਫਿਰ ਆਓ ਇੱਕ ਕਵਿਤਾ ਪੜ੍ਹਦੇ ਹਾਂ। ਆਓ ਸਾਰੇ ਲੋਕਾਂ ਨੂੰ ਪਿਆਰ ਕਰੀਏ, ਦਿਲਾਂ 'ਚ ਕਦੇ ਨਾ ਨਫ਼ਰਤ ਭਰੀਏ। ਸਾਰੇ ਹੀ ਨੇ ਆਪਣੇ, ਬੇਗਾਨਾ ਕੋਈ ਨਾ, ਪਿਆਰ ਵਿੱਚ ਜਗ 'ਚ ਤਰਾਨਾ ਕੋਈ ਨਾ। ਸੱਚੇ ਸੁੱਚੇ ਦਿਲ 'ਚ ਵਿਚਾਰ ਰੱਖੀਏ, ਦਿਲ 'ਚ ਨਾ ਕਦੇ ਹੰਕਾਰ ਰੱਖੀਏ। ਵੰਡੀਆਂ ਦਿਲਾਂ ਦੇ ਵਿੱਚ ਆਉਣ ਦੇਈਏ ਨਾ, ਝਗੜਾ ਕਿਸੇ ਨੂੰ ਕਦੇ ਪਾਉਣ ਦੇਈਏ ਨਾ। ਤੇ ਇੱਥੇ ਲਿਖਿਆ ਗਿਆ let us love all the people and never have feeling of hatred in our hearts. ਆਓ ਰਲ ਕੇ ਸਾਰਿਆਂ ਨੂੰ ਪਿਆਰ ਨਾਲ ਪੇਸ਼ ਆਈਏ, ਸਾਰਿਆਂ ਨੂੰ ਪਿਆਰ ਕਰੀਏ ਤੇ ਕਦੇ ਵੀ ਇੱਕ ਦੂਜੇ ਪ੍ਰਤੀ ਨਫ਼ਰਤ ਦੀ ਭਾਵਨਾ ਨਾ ਆਉਣ ਦੇਈਏ ਆਪਣੇ ਦਿਲ ਵਿੱਚ। all are ours, ਸਾਰੇ ਆਪਣੇ ਨੇ, nobody is strange, ਕੋਈ ਵੱਖਰਾ ਨਹੀਂ। And nothing is more beautiful song than love in the world. ਤੇ ਪਿਆਰ ਤੋਂ ਇਲਾਵਾ ਹੋਰ ਕੋਈ ਵੀ ਇਸ ਤੋਂ ਵਧੀਆ ਗਾਣਾ ਨਹੀਂ। ਪਿਆਰ ਦਾ ਗਾਣਾ ਸਭ ਤੋਂ ਵਧੀਆ ਹੈ। We should keep good and pure thoughts in our hearts in place of pride. ਘਮੰਡ ਦੀ ਥਾਂ ਸੱਚੇ ਸੁੱਚੇ ਵਿਚਾਰ ਰੱਖਣੇ ਚਾਹੀਦੇ ਨੇ ਆਪਣੇ ਦਿਲਾਂ ਵਿੱਚ ਇੱਕ ਦੂਜੇ ਲਈ। We should restrict people to make division and stop fighting. ਵੰਡ ਕਰਨਾ ਤੇ ਨਫ਼ਰਤ ਫੈਲਾਉਣ ਨਾਲ ਝਗੜਾ ਕਰਨਾ, ਇਹਦੇ ਤੋਂ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਇਕੱਠੇ ਰੱਖਣਾ ਚਾਹੀਦਾ ਹੈ। ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਠੀਕ ਹੈ, ਅੱਗੇ ਹੈ oral questions, ਮੌਖਿਕ ਪ੍ਰਸ਼ਨ। ਪਹਿਲਾ, are we all Indians united? ਕੀ ਅਸੀਂ ਸਾਰੇ ਭਾਰਤੀ ਇੱਕ ਹੈਗੇ ਆ? Yes. All Indians are one. ਸਾਰੇ ਇੱਕ ਹੈਗੇ। Second, should we help others or harm others? ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਨੁਕਸਾਨ? We should help others. ਦੂਜਿਆਂ ਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ, ਲੋੜਵੰਦਾਂ ਦੀ ਵੀ। Third, what are the benefits of living with love? ਪਿਆਰ ਨਾਲ ਰਹਿਣ ਦੇ ਕੀ ਲਾਭ ਹੈਗੇ ਨੇ? Country will make progress. ਦੇਸ਼ ਅੱਗੇ ਵਧੇਗਾ ਜੇ ਆਪਾਂ ਰਲ ਮਿਲ ਕੇ ਰਹਾਂਗੇ। Fourth question, the country is also a big family. True or false? ਦੇਸ਼ ਵੀ ਤਾਂ ਇੱਕ ਵੱਡਾ ਪਰਿਵਾਰ ਹੈ, ਠੀਕ ਹੈ ਜਾਂ ਗਲਤ? True. ਬਿਲਕੁਲ। ਪੰਜਵਾਂ, do all human beings blood similar or different? ਬੱਚੋ ਇਹ ਕੁਐਸਚਨ ਦੇ ਵਿੱਚ ਗੜਬੜ ਹੈ, ਠੀਕ ਨਹੀਂ ਲਿਖਿਆ ਹੋਇਆ। ਇਹਦਾ ਸਵਾਲ ਹੋਣਾ ਚਾਹੀਦਾ ਹੈ do all human beings have similar or different blood? ਜ਼ਿਆਦਾ ਤੋਂ ਜ਼ਿਆਦਾ ਇਹ ਠੀਕ ਹੋਏਗਾ। ਠੀਕ ਹੈ, ਪਿਛਲੇ ਵਾਲਾ ਗਲਤ ਸੀ। ਤਾਂ ਇੱਥੇ ਲਿਖਿਆ ਕਿ ਸਾਰੇ ਮਨੁੱਖਾਂ ਦਾ ਖੂਨ ਇੱਕੋ ਜਿਹਾ ਹੁੰਦਾ ਹੈ ਕਿ ਵੱਖ-ਵੱਖ ਹੁੰਦਾ ਹੈ? ਖੂਨ ਤਾਂ ਜੀ ਇੱਕੋ ਰੰਗ ਦਾ ਹੁੰਦਾ ਹੈ, ਗੂੜੇ ਲਾਲ ਰੰਗ ਦਾ, ਅਲਾਈਕ, ਸਿਮਿਲਰ। ਛੇਵਾਂ, is it a good thing to fight on the basis of religion, caste or region? ਕਿ ਧਰਮ, religion ਮਤਲਬ ਧਰਮ, caste ਜਾਤ ਅਤੇ region ਇਲਾਕੇ ਦੇ ਆਧਾਰ ਤੇ ਲੜਨਾ ਚੰਗੀ ਗੱਲ ਹੈ? No, very bad, ਬਹੁਤ ਬੁਰੀ ਗੱਲ ਹੈ। ਸੱਤਵਾਂ, after growing up, would you teach people to live with love? ਕਿ ਤੁਸੀਂ ਵੱਡੇ ਹੋ ਕੇ ਲੋਕਾਂ ਨੂੰ ਪਿਆਰ ਨਾਲ ਰਹਿਣ ਲਈ
समझाओगे? बिल्कुल हाँ जी, यस आई विल। मैं तो बिल्कुल करांगी। आई विल स्टार्ट फ्रॉम नाउ, या ਤੁਸੀਂ ਲਿਖ ਸਕਦੇ ਹੋ from today। ਅੱਜ ਤੋਂ ਹੀ ਸ਼ੁਰੂ ਕਰਾਂਗੀ ਵੀ ਲੋਕ ਆਪਸ ਵਿੱਚ ਰਲ ਮਿਲ ਕੇ ਪਿਆਰ ਨਾਲ ਰਹਿਣ। ਠੀਕ ਹੈ ਬੱਚਿਓ, ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ। ਹੁਣ ਆਪਾਂ ਮਿਲਾਂਗੇ ਅਗਲੀ ਕਲਾਸ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਟੇਕ ਕੇਅਰ, ਸਟੇ ਹੈਲਦੀ, ਬਾਏ ਬਾਏ।